So today's lecture, this is the sixth lecture on the topic graph theory. So in today's lecture, we will discuss the graph isomorphism. So what is a graph isomorphism? That simply means graph isomorphism means we are given with two graphs and we have to check that whether they represent the same graphs or they are the different graphs. ਇਹ ਅਸੀਂ ਚੈੱਕ ਕਰਨਾ ਹੈਗਾ। ਤਾਂ ਆਈਸੋਮੋਰਫਿਜ਼ਮ ਦਾ ਮਤਲਬ ਇਹੀ ਹੁੰਦਾ ਕਿ ਜਿਹੜੀਆਂ ਦੋ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਕਿ ਉਹ ਸੇਮ ਹੈਗੀਆਂ ਨੇ, ਸ਼ਕਲ ਵਾਈਜ਼ ਦੇਖਣ ਨੂੰ ਉਹ ਡਿਫਰੈਂਟ ਲੱਗਦੀਆਂ ਨੇ, ਬਟ ਕੀ ਇੰਟਰਨਲੀ ਜੋ ਸਿਸਟਮ ਹੈ ਉਹਨਾਂ ਦੋਵਾਂ ਦੇ ਵਿੱਚ ਉਹ ਸੇਮ ਹੈਗਾ ਕਿ ਨਹੀਂ ਹੈਗਾ। ਤਾਂ ਇਸੇ ਤਰ੍ਹਾਂ ਗ੍ਰਾਫਸ ਦੇ ਵਿੱਚ ਵੀ ਇਹੀ ਹੋਊਗਾ। ਸਾਡੇ ਕੋਲ ਦੋ ਗ੍ਰਾਫਸ ਹੋਣਗੇ ਜਿਹੜੇ ਕਿ ਫੇਸ ਵਾਈਜ਼ ਜੇ ਅਸੀਂ ਉਹਨਾਂ ਨੂੰ ਚੈੱਕ ਕਰਾਂਗੇ, ਫਿਗਰ ਵਾਈਜ਼ ਜੇ ਚੈੱਕ ਕਰਾਂਗੇ, ਉਹ ਦੇਖਣ ਨੂੰ ਡਿਫਰੈਂਟ ਲੱਗਣਗੇ, ਬਟ ਕੀ ਉਹਨਾਂ ਦੇ ਵਿੱਚ ਜਿਹੜਾ ਇੰਟਰਨਲ ਸਿਸਟਮ ਹੈ, ਮਤਲਬ ਕਿ ਦੋ ਵਰਟਿਸਿਸ ਦੇ ਵਿੱਚ ਜਿਹੜੀ ਐਜ ਹੈਗੀ ਆ ਇੱਧਰ ਗਿਵਨ ਗ੍ਰਾਫ ਦੇ ਵਿੱਚ, ਉਹਦੇ ਕੋਰਸਪੋਂਡਿੰਗ ਜਿਹੜੀਆਂ ਦੋ ਵਰਟਿਸਿਸ ਉਧਰ ਦੂਸਰੇ ਗ੍ਰਾਫ 'ਚ ਹੈ ਉਹਨਾਂ ਵਿੱਚ ਵੀ ਐਜ ਹੈਗੀ ਹੈ ਕਿ ਨਹੀਂ ਹੈਗੀ। ਮਤਲਬ ਇਹ ਚੈੱਕ ਕਰਨਾ ਹੈ ਕਿ ਉਹ ਦੋਵੇਂ ਗ੍ਰਾਫਸ ਜਿਹੜੇ ਹੈਗੇ ਨੇ ਉਹ ਸੇਮ ਡਾਟਾ ਨੂੰ ਰਿਪਰੈਜ਼ੈਂਟ ਕਰਦੇ ਆ ਕਿ ਨਹੀਂ ਕਰਦੇ। ਤਾਂ ਜੇ ਕਰਨਗੇ then we say that those graphs are isomorphic, ਜੇ ਨਹੀਂ ਕਰਨਗੇ ਤਾਂ ਅਸੀਂ ਕਹਾਂਗੇ they are not isomorphic. So coming to the definition, mathematically ਇਹਦੀ definition ਅਸੀਂ ਕਿਵੇਂ ਲਿਖਣੀ ਹੈ? Let G is equal to VE and G dash equal to V dash E dash. These are the two graphs. Then G is isomorphic to G dash, written as G isomorphic G dash. This is the symbol for the isomorphism. We will write it as G isomorphic to G dash. Symbol ਨੂੰ isomorphic ਪੜਿਆ ਜਾਂਦਾ। If ਕਦੋਂ ਹੋਣਗੇ? If there exists a bijection. Bijection means one onto map. If there exists a bijection F, ਇੱਕ ਐਸਾ ਮੈਪ ਹੋਵੇ one ਤੇ onto, ਔਰ ਇਹ ਵਾਲਾ ਮੈਪ ਕਿਹਨਾਂ ਦੇ ਵਿੱਚ ਡਿਫਾਈਨ ਕਰਨਾ ਹੈ? From V and V dash. ਮਤਲਬ ਕਿ ਪਹਿਲੇ ਗ੍ਰਾਫ ਦੇ ਵਰਟੈਕਸ ਸੈੱਟ ਤੋਂ ਦੂਸਰੇ ਗ੍ਰਾਫ ਦੇ ਵਰਟੈਕਸ ਸੈੱਟ ਤੱਕ। ਔਰ ਇਸ ਤਰ੍ਹਾਂ ਇਹ ਵਾਲਾ ਮੈਪ ਹੋਏਗਾ ਕਿ ਜਿਹੜੀਆਂ ਦੋ ਵਰਟਿਸਿਸ vi, vj belongs to E, ਇਹਦਾ ਮਤਲਬ this is a edge। ਅਗਰ ਅਸੀਂ vi vj ਦੇ ਵਿੱਚ ਕਹਿ ਰਹੇ ਹਾਂ ਕਿ ਐਜ ਹੈਗੀ ਆ E ਦੇ, E ਨੂੰ ਬਿਲੋਂਗ ਕਰਦੀ ਹੋਈ, ਯਾਨੀ ਫਰਸਟ ਗ੍ਰਾਫ ਦੇ ਵਿੱਚ ਜੇਕਰ ਇਹ ਐਜ ਹੈਗੀ ਆ, then vi ਦੇ ਕੋਰਸਪੋਂਡਿੰਗ ਕੀ ਹੋਏਗਾ? f of vi, ਔਰ vj ਦੇ ਕੋਰਸਪੋਂਡਿੰਗ ਕੀ ਹੋ ਗਿਆ? f of vj। ਤਾਂ ਜੇ ਕੋਈ ਐਜ ਇੱਧਰ vi vj ਦੇ ਵਿੱਚ ਹੈ ਤਾਂ ਉਹਨਾਂ ਦੇ ਕੋਰਸਪੋਂਡਿੰਗ ਜਿਹੜੇ ਵਰਟਿਸਿਸ ਆਪਣੇ ਕੋਲ v ਡੈਸ਼ ਦੇ ਵਿੱਚ ਹੈਗੇ ਨੇ, ਉਹਨਾਂ ਦੇ ਲਈ ਐਜ ਕਿਹਦੇ ਵਿੱਚ ਹੋਣੀ ਚਾਹੀਦੀ ਹੈ? E ਡੈਸ਼ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਅਗਰ ਇਹ ਚੀਜ਼ ਪੋਸੀਬਲ ਹੋਈ, ਸਾਡੇ ਕੋਲ ਇਹੋ ਜਿਹਾ ਮੈਪ ਡਿਫਾਈਨ ਕਰਨਾ ਪੋਸੀਬਲ ਹੋਇਆ, then we say that the graphs are isomorphic. Otherwise we say that the graphs are not isomorphic. In the next coming slides we will discuss its example, then this point would be more clear to you ki how you have to check this point. If vi vj belongs to E, if and only if f of vi f of vj belongs to E dash. In the next slides I will show you the diagrams and with full-fledged examples, and I will also explain you how to make a isomorphism between these two graphs. In other words, in simple words, it's a mathematical definition hogi. Two graphs are isomorphic if there exists a one correspondence between their vertices and edges such that incidence relationship is preserved. इंसिडेंस रिलेशनशिप मतलब वही हो गया कि अगर कोई दो वर्टिसेस ਦੇ ਵਿੱਚ ਇੱਧਰ ਪਹਿਲੇ ਗ੍ਰਾਫ ਦੇ ਵਿੱਚ ਐਜ ਹੈਗੀ ਹੈ ਤਾਂ ਉਹਨਾਂ ਦੇ ਕੋਰਸਪੋਂਡਿੰਗ वर्टिसेस ਦੇ ਵਿੱਚ ਉਧਰ ਦੂਸਰੇ ਗ੍ਰਾਫ ਦੇ ਵਿੱਚ ਵੀ ਐਜ ਹੋਣੀ ਚਾਹੀਦੀ ਹੈ। ਕਿਉਂਕਿ ਇੰਸੀਡੈਂਸ ਰਿਲੇਸ਼ਨਸ਼ਿਪ, ਇੰਸੀਡੈਂਸ ਵਰਡ ਜਿਹੜਾ ਅਸੀਂ ਯੂਜ਼ ਕਰਦੇ ਸੀ ਉਹ ਐਜਸ ਲਈ ਯੂਜ਼ ਕਰਦੇ ਸੀ ਕਿ ਗਿਵਨ ਐਜ, ਇਹ ਵਾਲੀ ਜਿਹੜੀ ਐਜ ਹੈ ਇਹ ਕਿਹਨਾਂ ਨਾਲ ਇੰਸੀਡੈਂਟ ਹੈ? vi vj ਨਾਲ। ਤੇ ਇਹਦਾ ਮਤਲਬ ਕੀ ਹੋਇਆ? ਆਹ ਵਾਲੀ ਐਜ ਕਿਹਨਾਂ ਨਾਲ ਇੰਸੀਡੈਂਟ ਹੈ? f of vi f of vj ਨਾਲ। ਤਾਂ ਇੰਸੀਡੈਂਸ ਰਿਲੇਸ਼ਨਸ਼ਿਪ ਇਜ਼ ਪ੍ਰੀਜ਼ਰਵਡ ਦਾ ਮਤਲਬ ਉਹੀ ਹੋ ਗਿਆ ਕਿ ਜਿਹੜੀਆਂ ਦੋ ਵਰਟਿਸਿਸ ਦੇ ਵਿੱਚ ਐਜ ਫਸਟ ਗ੍ਰਾਫ ਦੇ ਵਿੱਚ ਹੈ ਤਾਂ ਉਹਨਾਂ ਦੇ ਕੋਰਸਪੋਂਡਿੰਗ ਵਰਟਿਸਿਸ ਦੇ ਵਿੱਚ ਐਜ ਦੂਸਰੇ ਗ੍ਰਾਫ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਸੋ ਫਸਟਲੀ ਜਦੋਂ ਵੀ ਅਸੀਂ ਕਿਸੇ ਦੋ ਗ੍ਰਾਫ ਨੂੰ ਚੈੱਕ ਕਰਨ ਬੈਠਾਂਗੇ ਕਿ ਉਹ ਆਈਸੋਮੋਰਫਿਕ ਹੈਗੇ ਕਿ ਨਹੀਂ ਹੈਗੇ, ਤਾਂ ਪਹਿਲਾਂ ਅਸੀਂ ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰ ਵੈਰੀਫਾਈ ਕਰਿਆ ਕਰਾਂਗੇ। ਦ ਸੇਮ ਨੰਬਰ ਆਫ ਵਰਟਿਸਿਸ, ਦੋਵਾਂ ਗ੍ਰਾਫਸ ਦੇ ਵਿੱਚ ਸੇਮ ਨੰਬਰ ਆਫ ਵਰਟਿਸਿਸ ਹੋਣ। ਨੰਬਰ 2, ਦੋਵਾਂ ਗ੍ਰਾਫਸ ਦੇ ਵਿੱਚ ਸੇਮ ਨੰਬਰ ਆਫ ਐਜਸ ਹੋਣ। ਐਂਡ ਨੰਬਰ 3, ਦੋਵਾਂ ਗ੍ਰਾਫਸ ਦੇ ਵਿੱਚ ਐਨ ਇਕੁਅਲ ਨੰਬਰ ਵਰਟਿਸਿਸ ਵਿਦ ਗਿਵਨ ਡਿਗਰੀਜ਼। ਤਾਂ ਮਤਲਬ ਕਹਿਣ ਦਾ ਅਗਰ ਫਸਟ ਗ੍ਰਾਫ ਦੇ ਵਿੱਚ ਸਾਡੇ ਕੋਲ ਮੰਨ ਲਓ ਕਿ 4 ਵਰਟਿਸਿਸ ਹੈਗੀਆਂ ਨੇ ਡਿਗਰੀ 3 ਦੀਆਂ, ਤਾਂ ਦੂਸਰੇ ਗ੍ਰਾਫ ਦੇ ਵਿੱਚ ਵੀ 4 ਵਰਟਿਸਿਸ ਡਿਗਰੀ 3 ਦੀਆਂ ਹੋਣੀਆਂ ਚਾਹੀਦੀਆਂ। ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਪੁਆਇੰਟ ਵਾਇਲੇਟ ਹੁੰਦਾ ਹੈ, ਜਾਂ ਮੰਨ ਲਓ ਵਰਟਿਸਿਸ ਦੀ ਗਿਣਤੀ ਬਰਾਬਰ ਨਹੀਂ ਹੈ, ਜਾਂ ਐਜਸ ਦੀ ਗਿਣਤੀ ਬਰਾਬਰ ਨਹੀਂ ਹੈ, ਜਾਂ ਵਰਟਿਸਿਸ ਜਿਹੜੀਆਂ ਗਿਵਨ ਡਿਗਰੀਜ਼ ਵਾਲੀਆਂ ਹੈਗੀਆਂ ਨੇ ਉਹਨਾਂ ਦੀ ਗਿਣਤੀ ਸੇਮ ਨਹੀਂ ਹੈਗੀ, ਜੇ 4 ਵਰਟਿਸਿਸ ਡਿਗਰੀ 3 ਦੀਆਂ ਤਾਂ ਦੂਸਰੇ ਵਿੱਚ ਜੇ ਮੰਨ ਲਓ 5 ਵਰਟਿਸਿਸ ਹੋ ਗਈਆਂ ਡਿਗਰੀ 3 ਦੀਆਂ, ਤਾਂ ਇਸ ਤਰ੍ਹਾਂ ਜੇ ਕੋਈ ਵੀ ਪੁਆਇੰਟ ਜਿਹੜਾ ਹੈ ਅਗਰ ਵਾਇਲੇਟ ਹੋ ਗਿਆ ਇਹਨਾਂ ਤਿੰਨਾਂ ਦੇ ਵਿੱਚੋਂ, ਤਾਂ ਅਸੀਂ ਉਸ ਨੂੰ ਅੱਗੇ ਵੈਰੀਫਾਈ ਨਹੀਂ ਕਰਾਂਗੇ, ਅਸੀਂ ਕਹਿ ਦਾਂਗੇ ਤਾਂ ਗ੍ਰਾਫਸ ਆਰ ਨਾਟ ਆਈਸੋਮੋਰਫਿਕ।
ਤਾਂ ਆਈਸੋਮੋਰਫਿਜ਼ਮ ਦੇ ਵਿੱਚ ਇਨਸੀਡੈਂਸ ਰਿਲੇਸ਼ਨਸ਼ਿਪ ਜਿਹੜਾ ਹੈਗਾ ਅਸੀਂ ਇਸ ਪੁਆਇੰਟ ਇਹਨਾਂ ਤਿੰਨ ਪੁਆਇੰਟਸ ਦੇ ਵੈਰੀਫਾਈ ਹੋਣ ਤੋਂ ਬਾਅਦ ਚੈੱਕ ਕਰਿਆ ਕਰਨਾ। ਤੇ ਇਹ ਵਾਲਾ ਜਿਹੜਾ ਪੁਆਇੰਟ ਹੈ ਇਹ ਜਿਹੜੇ ਤਿੰਨ ਪੁਆਇੰਟਸ ਹੈ ਦਿਸ ਇਜ਼ ਅ ਵਨ ਸਾਈਡਡ ਰਿਲੇਸ਼ਨ ਓਨਲੀ means if the graphs are isomorphic then these three would be true, but if these three would be true that does not mean that the graph is isomorphic। ਇਹਦਾ ਮਤਲਬ ਇਹ ਨਹੀਂ ਹੋਏਗਾ ਕਿ graphs isomorphic ਹੈ। ਇਹ ਤਿੰਨੇ ਚੀਜ਼ਾਂ ਸੇਮ ਵੀ ਹੋ ਸਕਦੀਆਂ ਬਟ ਫਿਰ ਵੀ graphs ਜਿਹੜੇ ਹੈਗੇ ਉਹ isomorphic ਨਹੀਂ ਹੋ ਸਕਦੇ। ਤਾਂ ਇਹ ਸਾਰੀਆਂ ਐਗਜ਼ਾਮਪਲਸ ਮੈਂ ਤੁਹਾਨੂੰ ਜਿਹੜੀਆਂ ਹੈ ਨੈਕਸਟ ਸਲਾਈਡਸ ਦੇ ਵਿੱਚ ਸ਼ੋ ਕਰੂੰਗਾ ਕਿ ਕਿਵੇਂ ਤੁਸੀਂ ਆਈਸੋਮੋਰਫਿਜ਼ਮ ਨੂੰ ਚੈੱਕ ਕਰਨਾ ਹੈਗਾ ਔਰ ਸਾਰੇ ਪੁਆਇੰਟਸ ਦਾ ਮੀਨਿੰਗ ਵੀ ਤੁਹਾਨੂੰ ਅਗਲੀਆਂ ਨੈਕਸਟ ਸਲਾਈਡਸ ਦੇ ਵਿੱਚ ਸਮਝ ਆ ਜਾਣਾ ਹੈ। So moving on to the next slide, we are given these two graphs. You can see face wise ਜੇ ਅਸੀਂ figure wise ਇਹਨਾਂ ਨੂੰ ਚੈੱਕ ਕਰੀਏ ਦੋਵੇਂ graphs ਦੇਖਣ ਨੂੰ different ਹੈ। ਠੀਕ ਹੈ, ਇੱਕ ਦੇ ਵਿੱਚ triangle shape ਹੈ, ਇੱਕ ਦੇ ਵਿੱਚ rectangular shape ਹੈ ਔਰ ਕੁਝ ਹੋਰ ਵੀ edges ਹੈਗੀਆਂ ਨੇ। ਤਾਂ ਅਸੀਂ ਇਹਨਾਂ ਨੂੰ ਚੈੱਕ ਕਰਨਾ ਕਿ ਆਈਸੋਮੋਰਫਿਕ ਹੈਗੀਆਂ ਕਿ ਨਹੀਂ। You can see ਕਿ first graph ਦੇ ਵਿੱਚ vertices ਦੀ labeling ਮੈਂ ਕਰ ਰੱਖੀ ਹੈ u1 u2 u3 u4 u5, but second graph ਦੇ ਵਿੱਚ ਮੈਂ vertices ਦੀ labeling ਹਲੇ ਨਹੀਂ ਕੀਤੀ। ਤਾਂ vertices ਦੀ labeling ਮੈਂ ਜਿਵੇਂ ਜਿਵੇਂ ਮੇਰੇ ਕੋਲ incidence relationship ਬਣੀ ਜਾਏਗਾ ਮੈਂ ਉਸ ਮੁਤਾਬਿਕ ਕਰੀ ਜਾਊਂਗਾ। You can see how you can check। Firstly ਚੈੱਕ ਕਰੋ ਕਿ ਦੋਵੇਂ graphs ਦੇ ਵਿੱਚ number of vertices ਜਿਹੜੀਆਂ ਹੈ ਉਹ equal ਹੈਗੀਆਂ ਨੇ। Yes, the first graph has 5 vertices, you can count these u1 u2 u3 u4 u5, and similarly the second graph also has 5 vertices। Now check the number of edges। Number of edges in the first graph are 1 2 3 4 5 6। There are 6 edges in the first graph, and similarly 1 2 3 4 5 6 there are 6 edges in the second graph। So पहले आ वाले दो पॉइंट्स जेडे हैगे ने ये अपने ट्रू हो गए, सेम नंबर ऑफ वर्टिसेस सेम नंबर ऑफ एजेस। ਹੁਣ थर्ड पॉइंट ਦੇ ਵਿੱਚ ਅਸੀਂ ਕੀ ਚੈੱਕ ਕਰਨਾ ਹੈ ਇਕੁਅਲ ਨੰਬਰ वर्टिसेस विद गिवन डिग्रीज। ਹੁਣ ਚੈੱਕ ਕਰੋ ਕਿ ਉਰੇ ਜਿਹੜਾ ਸਾਡੇ ਕੋਲ u1 ਹੈ ਇਹਦੀ ਡਿਗਰੀ ਹੈਗੀ ਹੈ 3, ਮੈਂ ਇਹਦੇ ਨਾਲ ਹੀ ਲਿਖ ਰਿਹਾ ਹੈਗਾ। u2 ਦੀ ਡਿਗਰੀ ਹੈਗੀ ਹੈ 2, ਦੋ ਐजेस ਕਨੈਕਟਡ ਹੈ। u3 ਦੀ ਡਿਗਰੀ ਵੀ 3 ਹੈ, ਤਿੰਨ ਐजेस ਕਨੈਕਟਡ ਹੈ। u4 ਦੀ ਡਿਗਰੀ 3 ਹੈ, u5 ਦੀ ਡਿਗਰੀ 1 ਹੈ। ਤੇ ਆਹ ਵਾਲਾ ਜਿੰਨੀਆਂ ਵੀ वर्टिसेस ਸੀ ਸਾਰਿਆਂ ਦੀ ਡਿਗਰੀ ਮੈਂ ਫਾਈਂਡ ਕਰ ਲਈ। ਸਿਮਿਲਰਲੀ ਉਰੇ ਇਸ ਦੀ ਡਿਗਰੀ 1 ਹੈ, ਇਸ ਦੀ ਡਿਗਰੀ ਆਪਣੇ ਕੋਲ 3 ਹੈ, ਇਸ ਦੀ ਡਿਗਰੀ ਵੀ 3 ਹੈ, ਇਸ ਦੀ 2 ਔਰ ਇਹਦੀ ਵੀ 3। ਤਾਂ ਹੁਣ ਚੈੱਕ ਕਰੋ 1 ਡਿਗਰੀ ਵਾਲੀ ਇਹਦੇ ਵਿੱਚ ਇੱਕੋ ਹੀ ਵਰਟੈਕਸ ਸੀਗੀ ਔਰ ਇੱਥੇ ਵੀ ਇੱਕੋ ਹੀ ਵਰਟੈਕਸ ਹੈ 1 ਡਿਗਰੀ ਵਾਲੀ। ਠੀਕ ਹੈ, ਮੈਚ ਕਰ ਗਿਆ। ਫਿਰ ਇੱਥੇ 2 ਡਿਗਰੀ ਵਾਲੀਆਂ ਕਿੰਨੇ ਵਰਟਿਸਿਸ ਹੈ, ਇੱਥੇ ਇੱਕੋ ਹੀ ਹੈ ਤੇ ਇੱਥੇ ਵੀ ਸਾਡੇ ਕੋਲ ਇੱਕੋ ਹੀ ਵਰਟੈਕਸ ਹੈ 2 ਡਿਗਰੀ ਦੀ, ਇਹ ਵੀ ਮੈਚ ਕਰ ਗਿਆ। 3 ਡਿਗਰੀ ਵਾਲੀਆਂ ਜਿਹੜੀਆਂ ਵਰਟਿਸਿਸ ਹੈ ਉਹ ਆਪਣੇ ਕੋਲ 3 ਹੈ ਇੱਧਰ, ਤੇ ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋ 3 ਡਿਗਰੀ ਵਾਲੀਆਂ 3 ਵਰਟਿਸਿਸ ਸਾਡੇ ਕੋਲ ਹੈਗੀਆਂ ਨੇ। ਤਾਂ ਇਹ ਮਤਲਬ ਸੀਗਾ ਜਿਹੜਾ ਥਰਡ ਪੁਆਇੰਟ ਉੱਥੇ ਮੈਂਸ਼ਨ ਸੀ। ਸੋ ਡਿਗਰੀ ਵਾਈਜ਼ ਜਿਹੜਾ ਹੈ ਆਪਣੇ ਕੋਲ ਅਸੀਂ ਚੈੱਕ ਕਰ ਲਿਆ ਕਿ ਸਾਰਾ ਜਿਹੜਾ ਪੈਟਰਨ ਹੈ ਉਹ ਸੇਮ ਹੈ। ਇੱਧਰ ਵੀ ਇੱਕ ਵਰਟੈਕਸ ਹੈ ਡਿਗਰੀ 1 ਦੀ, ਉੱਧਰ ਵੀ ਇੱਕ ਵਰਟੈਕਸ ਹੈ, ਇੱਧਰ 2 ਡਿਗਰੀ ਦੀ ਇੱਕ ਵਰਟੈਕਸ ਹੈ, ਉੱਧਰ ਵੀ ਇੱਕ ਵਰਟੈਕਸ ਹੈ, ਇੱਧਰ 3 ਡਿਗਰੀ ਦੀਆਂ 3 ਹੈ ਔਰ ਉੱਧਰ ਵੀ 3 ਹੈ। ਤਾਂ ਇਹ ਤਿੰਨੋਂ ਪੁਆਇੰਟਸ ਜਿਹੜੇ ਹੈਗੇ ਸਾਡੇ ਜਸਟੀਫਾਈ ਹੋ ਚੁੱਕੇ ਹਨ। ਠੀਕ ਹੈ, ਸੋ ਵੀ ਵਿਲ ਮੂਵ ਔਨ ਟੂ ਦਾ ਨੈਕਸਟ ਸਟੈਪ ਨਾਓ ਟੂ ਚੈੱਕ ਦਾ ਇਨਸੀਡੈਂਸ ਰਿਲੇਸ਼ਨਸ਼ਿਪ। ਹੁਣ ਇਸ ਸਟੈਪ ਦੇ ਉੱਪਰ ਅਸੀਂ ਮੂਵ ਕਰਨਾ ਹੈਗਾ ਨੈਕਸਟ ਸਟੈਪ ਜਿਹੜਾ ਹੈਗਾ ਸਾਡਾ। ਹੁਣ ਉਹਦੇ ਲਈ ਤੁਸੀਂ ਕੀ ਕਰਨਾ ਹੈਗਾ, ਜਿਹੜਾ ਤੁਸੀਂ ਇਹ ਡਿਗਰੀਜ਼ ਫਾਈਂਡ ਕੀਤੀਆਂ ਨੇ ਇਹਦੇ ਵਿੱਚ ਤੁਸੀਂ ਕਨਸੈਂਟਰੇਟ ਕਰੋ ਜਿਹੜੀ ਡਿਗਰੀ ਦਾ ਨੰਬਰ ਯੂਨੀਕ ਹੈ। ਯੂਨੀਕ ਤੋਂ ਭਾਵ ਜਿਵੇਂ ਉਰੇ ਇੱਕੋ ਹੀ ਵਰਟੈਕਸ ਸੀਗੀ ਡਿਗਰੀ 1 ਦੀ ਤੇ ਉਰੇ ਵੀ ਸਾਡੇ ਕੋਲ ਇੱਕੋ ਹੀ ਵਰਟੈਕਸ ਹੈ ਡਿਗਰੀ 1, ਤਾਂ ਜਿਹੜਾ ਇਨਸੀਡੈਂਸ ਰਿਲੇਸ਼ਨਸ਼ਿਪ ਹੈ ਉਹ ਇਸੇ ਤਰ੍ਹਾਂ ਹੀ ਬਣੇਗਾ ਕਿ ਜਿਹੜੀਆਂ ਵਰਟਿਸਿਸ ਦੀ ਕੋਰਸਪੋਂਡੈਂਸ ਹੈ ਉਹ ਅਸੀਂ ਇਸੇ ਤਰ੍ਹਾਂ ਹੀ ਬਣਾਵਾਂਗੇ। ਡਿਗਰੀ 1 ਦੀ ਵਰਟੈਕਸ ਕੋਰਸਪੋਂਡ ਕਰੇਗੀ ਡਿਗਰੀ 1 ਨੂੰ, डिग्री 2 ਦੀ वर्टेक्स कोरेस्पोंड करेगी डिग्री 2 ਨੂੰ और इसी तरह डिग्री 3 वाली वर्टेक्स कोरेस्पोंड करेगी डिग्री 3। ਤਾਂ एफ मैप ਜਿਹੜਾ ਹੈਗਾ ਉਹ ਅਸੀਂ ਇਸੇ ਤਰ੍ਹਾਂ ਬਣਾਵਾਂਗੇ। ਤਾਂ ਸਾਡੇ ਕੋਲ डिग्री 1 ਦੀ ਇੱਕੋ ਹੀ वर्टेक्स ਹੈ एंड दैट इज u5। सो ਇਹ ਸਾਰੀਆਂ ਡਿਗਰੀਜ਼ ਤੇ ਲਿਖਿਆ ਹੋਇਆ। ਤਾਂ u5 ਇੱਕੋ ਹੀ वर्टेक्स ਸੀਗੀ, ਤਾਂ ਇਸ ਕਰਕੇ ਜਿਹੜੀ डिग्री 1 ਦੀ वर्टेक्स ਉਰੇ ਹੈ ਇਹਦਾ ਨਾਮ ਮੈਂ ਰੱਖ ਦੇਣਾ v5। यू कैन चेक आई हैव फिल्ड इट v5 क्योंकि ਇਹਨੂੰ ਇਹਦੇ ਕੋਰਸਪੋਂਡ ਹੀ ਅਸੀਂ ਰੱਖ ਸਕਦੇ। ਨਾਓ ਇੱਕ ਜਿਹੜੀ ਡਿਗਰੀ ਸੀ ਉਹਦੀ ਗੱਲ ਖਤਮ ਹੋ ਗਈ। ਹੋਰ ਯੂਨੀਕਨੈਸ ਫਾਈਂਡ ਕਰੋ ਕਿੱਥੇ ਹੈਗੀ ਡਿਗਰੀਜ਼ ਦੇ ਵਿੱਚ ਪੂਰੇ 2 ਡਿਗਰੀ ਦੀ ਵੀ ਇੱਕੋ ਹੀ ਵਰਟੈਕਸ ਹੈ ਦੋਵਾਂ ਗ੍ਰਾਫਸ ਦੇ ਵਿੱਚ। ਤਾਂ ਅਸੀਂ ਨੈਕਸਟ ਇਹਨਾਂ ਦੀ ਕੋਰਸਪੋਂਡੈਂਸ ਬਣਾਵਾਂਗੇ। ਇਹ u2 ਹੈ ਔਰ 2 ਡਿਗਰੀ ਦਾ ਵਰਟੈਕਸ ਉਰੇ ਆ ਪਿਆ, ਤਾਂ ਅਸੀਂ u2 ਨੂੰ ਕੋਰਸਪੋਂਡ ਕਰਾਂਗੇ v2 ਦੇ ਨਾਲ। ਤਾਂ ਤੁਸੀਂ ਚੈੱਕ ਕਰ ਸਕਦੇ ਹੋ ਉਰੇ ਮੈंने ਕੀ ਫਿਲ ਕਰ ਦਿੱਤਾ v2। ਨਾਓ ਹੁਣ ਬਾਕੀ ਦੇ ਕੋਰਸਪੋਂਡੈਂਸ ਦੇਖੋ ਕਿਵੇਂ ਬਣਾਣੇ ਹੈਗੇ। ਜਿਹੜੇ ਬਾਕੀ 3 ਰਹਿ ਗਏ ਆਪਣੇ ਕੋਲ, 2 ਵਰਟਿਸਿਸ ਫਿਲ ਹੋ ਚੁੱਕੇ ਆ। ਅਗਲਾ ਜਿਹੜਾ ਸਟੈਪ ਹੈਗਾ ਉਸ ਦੇ ਵਿੱਚ ਮੈਂ ਕੋਰਸਪੋਂਡ ਬਣਾਇਆ
u3 with v3 क्योंकि बाकी दे 3 डिग्री ਦੇ ਵਰਟਿਸਿਸ ਪੈਂਡਿੰਗ ਰਹਿ ਗਏ ਸਾਰੇ ਆਪਣੇ ਕੋਲ ਇਹਦੇ ਵਿੱਚ ਯੂਨੀਕਨੈਸ ਨਹੀਂ ਹੈਗੀ ਤਾਂ ਇਹਨਾਂ ਵਿੱਚ ਜਿਹੜੀ ਕੋਰਸਪੋਂਡੈਂਸ ਹੈ ਉਹ ਕਿਵੇਂ ਅਸੀਂ ਕ੍ਰੀਏਟ ਕਰਾਂ u3 ਨੂੰ ਕੋਰਸਪੋਂਡ ਕਰਦੇ ਪਏ ਆ ਅਸੀਂ v3 ਦੇ ਨਾਲ ਠੀਕ ਹੈ ਸੋ ਕਿਵੇਂ ਹੋਣਾ ਦੇਖੋ ਜਿਹੜਾ ਆਪਣੇ ਕੋਲ u2 ਸੀਗਾ ਉਹ ਕਿਸ ਨਾਲ ਕਨੈਕਟਡ ਹੈ u3 ठीक है क्योंकि u2 ਅਸੀਂ ਅਸਾਈਨ ਕਰ ਚੁੱਕੇ ਹਾਂ u2 and v2 u2 ਕਿਸ ਨਾਲ ਕਨੈਕਟਡ ਹੈ u3 ਨਾਲ ਤੇ u1 ਦੇ ਨਾਲ ਤੇ ਉਰੇ ਜਿਹੜਾ ਸਾਡੇ ਕੋਲ v2 ਹੈ ਉਹ ਇਸ ਵਰਟੈਕਸ ਨਾਲ ਕਨੈਕਟਡ ਹੈ ਤੇ ਇਸ ਵਰਟੈਕਸ ਨਾਲ ਕਨੈਕਟਡ ਹੈ ਰਾਈਟ ਜਾਂ ਫਿਰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਜਿਹੜਾ ਆਪਣੇ ਕੋਲ v5 ਹੈ ਉਹ ਇੱਕੋ ਹੀ ਵਰਟੈਕਸ ਨਾਲ ਕਨੈਕਟਡ ਹੈ ਇਸ ਦੇ ਨਾਲ ਔਰ ਇੱਧਰ ਜਿਹੜਾ u5 ਹੈ ਉਹ ਇੱਕੋ ਹੀ ਵਰਟੈਕਸ ਨਾਲ ਕਨੈਕਟਡ ਹੈ ਕਿਹਦੇ ਨਾਲ u4 ਨਾਲ ਤਾਂ ਇਸ ਵਰਟੈਕਸ ਦੇ ਲਈ ਆਹ ਵਾਲਾ ਜਿਹੜਾ ਵਰਟੈਕਸ ਹੈ ਇਹਦੇ ਲਈ ਜ਼ਰੂਰੀ ਹੋ ਗਿਆ ਕਿ ਇਹਦਾ ਨਾਮ ਅਸੀਂ ਕੀ ਰੱਖੀਏ v4 ਤਾਂ ਪਹਿਲਾਂ ਇਹਨੂੰ ਲਿਖ ਲੈਂਦੇ ਠੀਕ ਹੈ ਇਸ ਨੂੰ ਬਾਅਦ ਚ ਗੱਲ ਕਰਦੇ ਹਾਂ ਤਾਂ ਪਹਿਲਾਂ ਇਹਨੂੰ ਲਿਖ ਲੈਂਦੇ v4 ਤਾਂ v5 ਐਸੋਸੀਏਟ ਹੋ ਗਿਆ v4 ਨਾਲ ਕਿਉਂਕਿ u5 ਐਸੋਸੀਏਟਡ ਸੀਗਾ u4 ਨਾਲ ਤੇ ਹੁਣ v2 ਦੀ ਜਿਹੜੀ ਗੱਲ ਸੀਗੀ u2 ਕਿਉਂਕਿ u1 ਐਂਡ u3 ਨਾਲ ਕਨੈਕਟਡ ਹੈ ਔਰ v2 ਆਪਣੇ ਕੋਲ ਇੱਕ ਇਸ ਵਰਟੈਕਸ ਨਾਲ ਕਨੈਕਟਡ ਹੈ ਔਰ ਇੱਕ ਇਸ ਨਾਲ ਔਰ ਦੋਵੇਂ ਡਿਗਰੀ 3 ਦੇ ਹੈਗੇ ਨੇ ਤਾਂ ਉਰੇ ਸਾਡੇ ਕੋਲ ਆਪਸ਼ਨ ਹੈਗੀ ਹੈ ਇਹਦਾ ਨਾਮ ਅਸੀਂ v3 ਰੱਖ ਲੈਂਦੇ ਆ ठीक है ਜਿਹੜਾ ਉਰੇ ਹੈ ਇਹਦਾ ਨਾਮ ਅਸੀਂ v3 ਰੱਖ ਲੈਂਦੇ ਆ ਤੇ ਫਿਰ ਇਹਦਾ ਨਾਮ ਆਪਣੇ ਕੋਲ ਕੀ ਹੋ ਜਾਏਗਾ v1 ਤਾਂ ਇਸ ਤਰ੍ਹਾਂ ਜਿਹੜਾ ਕੋਰਸਪੋਂਡੈਂਸ ਹੈ ਇਹ ਤੁਸੀਂ ਬਣਾ ਸਕਦੇ ਹੋ ਯੂ ਕੈਨ ਸੀ ਦੈਟ ਕਿ ਈਜ਼ੀਲੀ ਇਹ ਸਾਰਾ ਕੋਰਸਪੋਂਡੈਂਸ ਸਾਡਾ ਐਸਟੈਬਲਿਸ਼ ਹੋ ਗਿਆ ਹੈ ਅਗਰ ਇਹ ਈਜ਼ੀਲੀ ਸਾਰਾ ਕੋਰਸਪੋਂਡੈਂਸ ਜਿਹੜਾ ਇਹ ਬਣਾਇਆ ਹੈ ਐਸਟੈਬਲਿਸ਼ ਹੋ ਜਾਏਗਾ then we say that both the graphs are isomorphic now this is the next example in the first graph we have 4 vertices right so in the second graph we also have 4 vertices and in the first graph we have 4 edges and in the second graph again we have the 4 edges so ਜੇ ਅਸੀਂ ਡਿਗਰੀ ਵਾਈਜ਼ ਚੈੱਕ ਕਰੀਏ ਹਰੇਕ ਦੀ ਡਿਗਰੀ 2 ਹੈ ਉਰੇ u1 u2 u3 u4 ਔਰ ਉਰੇ ਵੀ ਹਰੇਕ ਦੀ ਡਿਗਰੀ 2 ਹੈਗੀ ਹੈ ਤਾਂ ਤਿੰਨੋਂ ਪੁਆਇੰਟਸ ਜਿਹੜੇ ਸੀਗੇ ਉਹ ਪਹਿਲਾਂ ਸਾਡੇ ਵੈਰੀਫਾਈ ਹੋ ਰਹੇ ਹਨ ਹੁਣ ਕੋਰਸਪੋਂਡੈਂਸ ਦੇਖਣੀ ਹੈ ਕਿਵੇਂ ਬਣ ਰਹੀ ਹੈ ਸੋ u1 ਜਿਹੜਾ ਹੈ ਇਹ ਸਾਰਾ ਕੁਝ ਆ ਗਿਆ u1 ਨੂੰ ਅਸੀਂ v1 ਕਹਿ ਲਿਆ ਐਂਡ ਲੈਟ ਅਸ ਸਪੋਜ਼ ਦਿਸ ਇਜ਼ ਆਵਰ v1 ਕਿਉਂਕਿ ਹਰੇਕ ਦੀ ਡਿਗਰੀ ਉਰੇ 2 ਹੈਗੀ ਹੈ ਤਾਂ ਅਸੀਂ ਇੱਕ ਆਰਬਿਟਰਰੀ 2 ਡਿਗਰੀ ਦਾ ਵਰਟੈਕਸ ਸਿਲੈਕਟ ਕਰ ਲਿਆ ਦੈਟ ਇਜ਼ v1 ਇਸ ਨੂੰ ਅਸੀਂ ਕਹਿ ਲਿਆ ਹੈਗਾ ਤੁਸੀਂ ਇਹਨੂੰ ਵੀ v1 ਲੈ ਸਕਦੇ ਹੋ ਇਹਨੂੰ ਵੀ ਲੈ ਸਕਦੇ ਹੋ ਇਹਨੂੰ ਵੀ ਲੈ ਸਕਦੇ ਹੋ ਸੋ u1 ਦੇ ਕੋਰਸਪੋਂਡਿੰਗ ਸਪੋਜ਼ ਦਿਸ ਇਜ਼ ਆਵਰ v1 ਫਿਰ u2 ਦੇ ਕੋਰਸਪੋਂਡਿੰਗ v2 ਬਟ ਹੁਣ v2 ਜਿਹੜਾ ਵਰਟੈਕਸ ਹੈ ਉਹ ਅਸੀਂ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਲੈ ਸਕਦੇ ਹਾਂ ਇਹਨੂੰ ਨਹੀਂ ਲੈਣਾ ਹੈਗਾ ਕਿਉਂ ਨਹੀਂ ਲੈਣਾ ਕਿਉਂਕਿ u1 u2 ਨਾਲ ਕਨੈਕਟਡ ਹੈ ਤਾਂ v1 ਜਿਹੜਾ ਹੈਗਾ ਅਸੀਂ ਆਲਰੇਡੀ ਉਰੇ ਇਹਨੂੰ ਮਾਰਕ ਕੀਤਾ ਹੋਇਆ ਹੈ ਤਾਂ ਅਸੀਂ ਉਹ ਵਾਲਾ v2 ਸਿਲੈਕਟ ਕਰਨਾ ਹੈ ਜਿਹੜਾ v1 ਨਾਲ ਕਨੈਕਟਡ ਹੈ ਤਾਂ ਇਹ ਵਾਲਾ ਜਿਹੜਾ ਵਰਟੈਕਸ ਹੈ ਇਹ v1 ਨਾਲ ਕਨੈਕਟਡ ਨਹੀਂ ਹੈਗਾ so that's why we can select v2 either this one or this one ਇੱਕ ਕੋਈ ਸਿਲੈਕਟ ਕਰਨਾ ਹੈ ਤਾਂ ਸਪੋਜ਼ ਮੈਨੇ ਇਹਨੂੰ v2 ਜਿਹੜਾ ਹੈਗਾ ਸਿਲੈਕਟ ਕਰ ਲਿਆ ਹੈ ਤਾਂ ਫਿਰ ਆਬਵੀਅਸਲੀ ਇਹ ਵਾਲਾ ਜਿਹੜਾ ਥਰਡ ਵਨ ਹੈ ਇਹ ਵਾਲਾ ਇਹ ਆਪਣਾ ਹੋ ਜਾਏਗਾ v3 this would be our v3 ਕਿਉਂਕਿ u1 u2 ਤੇ u3 ਨਾਲ ਕਨੈਕਟਡ ਸੀ ਜੇ ਇਹਨੂੰ v2 ਲੈ ਲਿਆ ਤਾਂ ਇਹ v3 ਤੇ ਹੁਣ ਇੱਕੋ ਹੀ ਵਰਟੈਕਸ ਬਚਿਆ ਤੇ ਇਹ ਹੈਗਾ ਆਪਣੇ ਕੋਲ v4 ਤੇ ਹੁਣ ਤੁਸੀਂ ਚੈੱਕ ਕਰੋ ਕਿ ਸਾਰਾ ਕੁਝ ਸੇਮ ਬਣ ਗਿਆ ਹੈਗਾ ਐਜ਼ ਇਟ ਇਜ਼ you can see u2 ਕਿਸ ਨਾਲ ਕਨੈਕਟਡ ਸੀਗਾ u2 ਕਨੈਕਟਡ ਸੀ v1 ਤੇ v4 ਤਾਂ ਇਸੇ ਤਰ੍ਹਾਂ ਉਰੇ v2 ਕਨੈਕਟਡ ਹੈ v1 ਤੇ v4 ਨਾਲ u3 ਕਿਸ ਨਾਲ ਸੀਗਾ u1 u4 ਤਾਂ v3 v1 v4 ਨਾਲ u4 ਕਿਸ ਨਾਲ ਸੀਗਾ u2 and u3 ਤੇ v4 ਆ ਦੇਖ ਲਓ v2 and v3 so that means ਸਾਰਾ ਇੰਸੀਡੈਂਸ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਸਾਡਾ ਪ੍ਰੋਪਰਲੀ ਉਰੇ ਬਣਿਆ ਹੈਗਾ hence these two graphs are isomorphic now this is the another example ਸੋ ਇਸ ਦੇ ਵਿੱਚ ਨੰਬਰ ਆਫ ਵਰਟਿਸਿਸ ਕਾਊਂਟ ਕਰੀਏ ਪਹਿਲਾਂ 6 ਹੈ ਇਸ ਦੇ ਵਿੱਚ ਵੀ 6 ਹੈ ਡਿਗਰੀਜ਼ ਚੈੱਕ ਕਰੀਏ u1 ਦੀ ਡਿਗਰੀ ਹੈਗੀ 3 ਉਰੇ ਹੀ ਲਿਖ ਦਿੰਦਾ ਮੈਂ u2 ਦੀ ਡਿਗਰੀ 1 u3 ਦੀ 1 u2 ਦੀ ਡਿਗਰੀ u4 ਦੀ ਆਪਣੇ ਕੋਲ 2 ਹੈ u5 ਦੀ ਵੀ 2 ਹੈ u6 ਦੀ 1 ਹੈ ਉਰੇ ਚੈੱਕ ਕਰੀਏ ਇਸ ਵਰਟੈਕਸ ਦੀ ਡਿਗਰੀ 1 ਹੈ ਇਸ ਵਰਟੈਕਸ ਦੀ ਡਿਗਰੀ 1 ਹੈ ਇਸ ਦੀ 2 ਹੈ ਇਸ ਦੀ ਵੀ 2 ਹੈ ਸੌਰੀ ਇਸ ਦੀ 3 ਹੈ ਇਸ ਦੀ 2 ਔਰ ਇਸ ਦੀ 1 ਸੋ ਇਹ ਡਿਗਰੀਜ਼ ਆਪਣੇ ਕੋਲ ਹੈਗੀਆਂ ਨੇ ਇਹਦੇ ਵਿੱਚ ਸੋ ਹੁਣ ਡਿਗਰੀ ਵਾਈਜ਼ ਚੈੱਕ ਕਰੀਏ ਤਿੰਨ ਵਰਟਿਸਿਸ ਡਿਗਰੀ 1 ਦੀਆਂ ਇਸ ਦੇ ਵਿੱਚ ਵੀ ਹੈ 1 1 ਔਰ 1 ਦੋ ਵਰਟਿਸਿਸ ਡਿਗਰੀ 2 ਦੀਆਂ ਇਸ ਦੇ ਵਿੱਚ ਵੀ ਹੈ ਔਰ ਇੱਕ ਵਰਟੈਕਸ ਡਿਗਰੀ 3 ਤਾਂ ਫਸਟ 3 ਪੁਆਇੰਟਸ ਜਿਹੜੇ ਆ ਉਹ ਸਾਡੇ ਵੈਰੀਫਾਈਡ ਹੈ ਬਟ ਹੁਣ ਜੇ ਅਸੀਂ ਯੂਨੀਕਨੈਸ ਫਾਈਂਡ ਕਰੀਏ ਯੂਨੀਕਨੈਸ ਹੈ ਕਿ ਸਾਡੇ ਕੋਲ 3 ਡਿਗਰੀ ਦੀ ਇੱਕੋ ਹੀ ਵਰਟੈਕਸ ਹੈ ਸਾਡੇ ਕੋਲ ਉਰੇ ਵੀ ਇੱਕੋ ਹੀ ਵਰਟੈਕਸ ਹੈ 3 डिग्री ਤਾਂ ਇਸ ਲਈ ਜ਼ਰੂਰੀ ਹੋ ਗਿਆ ਕਿ ਅਗਰ ਇਹ u1 ਲਿੱਤਾ ਹੈ ਤਾਂ ਇਹ ਵਾਲਾ ਵਰਟੈਕਸ ਆਪਾਂ ਕੀ ਲਈਏ v1 ਹੁਣ ਇਹ ਵਾਲਾ v1 ਲੈ ਲਿਆ ਬਟ ਹੁਣ ਨੈਕਸਟ ਪ੍ਰੋਬਲਮ ਕੀ ਹੈ ਇਹਦੇ ਵਿੱਚ ਹੁਣ ਨੈਕਸਟ v1 ਜਿਹੜਾ ਹੈਗਾ ਉਹ ਡਿਗਰੀ 1 ਦੇ ਇੱਕੋ ਹੀ ਵਰਟੈਕਸ ਨਾਲ ਕਨੈਕਟਡ ਹੈ
बट उरे और बाकी दे दो वर्टिसेस जिन्हां नाल कनेक्टेड है वो डिग्री 2 दे है बट उरे उल्टा है उरे एक वर्टेक्स डिग्री 2 नाल कनेक्टेड है बाकी दोवें वर्टिसेस डिग्री 1 दे सो इस इंसीडेंस रिलेशनशिप जेड़ा हैगा वो नहीं पॉसिबल है in G2 there is only one vertex of degree 1 adjacent to V1 G2 ਦੇ ਵਿੱਚ ਕੀ ਹੈ V1 ਦੇ ਨਾਲ ਇੱਕੋ ਹੀ vertex adjacent ਹੈ degree 1 ਦਾ but graph G1 ਦੇ ਵਿੱਚ degree 1 ਦੇ ਦੋ vertices adjacent ਹੈ U1 ਦੇ ਨਾਲ ਸੋ ਇਸ ਲਈ ਇਹਨਾਂ ਨੂੰ ਜਿਹੜਾ ਹੈ ਕੋਈ ਵੀ correspondence ਅਸੀਂ provide ਨਹੀਂ ਕਰ ਪਾ ਰਹੇ ਉਰੇ ਇੱਕ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ that's why these two graphs are not isomorphic ਜਿਹੜਾ ਪੁਆਇੰਟ ਆਪਾਂ ਲਾਸਟਲੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਇਹ ਤਿੰਨੇ ਚੀਜ਼ਾਂ ਮੈਚ ਕਰ ਜਾਣ ਸੇਮ ਨੰਬਰ ਆਫ ਵਰਟਿਸਸ ਸੇਮ ਨੰਬਰ ਆਫ ਐਜਸ same number of vertices with given degrees but still the graph can be can't be isomorphic ਫਿਰ ਵੀ ਆਈਸੋਮੋਰਫਿਜ਼ਮ ਚ ਪ੍ਰੋਬਲਮ ਆ ਸਕਦੀ ਹੈ ਆਈਸੋਮੋਰਫਿਕ ਅਸੀਂ ਉਦੋਂ ਹੀ ਮੰਨਾਂਗੇ ਜਦੋਂ ਸਾਡੇ ਕੋਲ ਇਨਸੀਡੈਂਸ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਸਹੀ ਸਲਾਮਤ ਰਹੇਗਾ ਅਗਰ ਇਨਸੀਡੈਂਸ ਰਿਲੇਸ਼ਨਸ਼ਿਪ ਚ ਪ੍ਰੋਬਲਮ ਹੈ then the graphs are not isomorphic